ਵਿਦਿਆਰਥੀਆਂ ਦਾ ਸਵਾਗਤ। ਸਰੀਰਕ ਸਿੱਖਿਆ ਦੇ ਸਮਾਜਿਕ ਅਤੇ ਮਨੋਵਿਗਿਆਨਕ ਪੱਖ। ਠੀਕ ਹੈ ਜੀ, ਇਹ 6ਵਾਂ ਪਾਠ ਹੈ ਤੁਹਾਡਾ। ਆਓ ਇਹਦੇ 'ਤੇ ਆਪਾਂ ਤੇਜ਼ੀ ਨਾਲ ਝਾਤੀ ਮਾਰੀਏ। ਮਨੁੱਖ ਜਿਹੜਾ ਨਾ ਇੱਕ ਸਮਾਜਿਕ ਜੀਵ ਹੈ, ਅਸੀਂ ਸਾਰੇ ਜਾਣਦੇ ਹਾਂ। ਠੀਕ ਹੈ, ਸਮਾਜ ਵਿੱਚ ਵੀ ਜਨਮ ਲੈਂਦਾ, ਸਮਾਜ ਵਿੱਚ ਹੀ ਜਨਮ ਲੈਣ ਤੋਂ ਬਾਅਦ ਫਿਰ ਉਹ ਆਪਣੀ ਜ਼ਿੰਦਗੀ ਬਿਤਾਉਂਦਾ। ਅਤੇ ਜਿਹੜਾ ਸਮਾਜ ਸ਼ਾਸਤਰ ਹੈ ਉਹ ਅੰਗਰੇਜ਼ੀ ਦੇ ਸ਼ਬਦ ਸੋਸ਼ੋਲੋਜੀ ਦਾ ਪੰਜਾਬੀ ਅਨੁਵਾਦ ਹੈ। ਤੁਸੀਂ ਦੇਖ ਰਹੇ ਹੋ ਸਾਹਮਣੇ, ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਅਤੇ ਜਿਹਦਾ ਅਰਥ ਹੈਗਾ ਸੋਸ਼ੋਲੋਜੀ, ਭਾਵ ਸਮਾਜ ਸ਼ਾਸਤਰ। ਉਹ ਵਿਸ਼ਾ ਹੈ ਜੋ ਮਨੁੱਖ ਦੇ ਸਮਾਜ ਦੇ ਨਾਲ ਸੰਬੰਧਾਂ ਬਾਰੇ ਜਾਣਕਾਰੀ ਦਿੰਦਾ ਹੈ। ਹੁਣ ਸਮਾਜ ਸ਼ਾਸਤਰ ਦੀ ਜਿਹੜੀ ਪਰਿਭਾਸ਼ਾ ਹੈ ਵੱਖ-ਵੱਖ ਵਿਦਵਾਨਾਂ ਨੇ ਆਪਣੇ ਅਨੁਸਾਰ ਦਿੱਤੀ ਹੈ। ਇਹਨਾਂ 'ਚੋਂ ਜਿਹੜੀ ਵੀ ਪਰਿਭਾਸ਼ਾ ਤੁਹਾਨੂੰ ਚੰਗੀ ਲੱਗੇ ਉਹ ਤੁਸੀਂ ਉਸ ਦੇ ਨਾਮ ਹੇਠ ਲਿਖ ਸਕਦੇ ਹੋ। ਜਿਵੇਂ ਕਿ ਪਹਿਲੀ ਪਰਿਭਾਸ਼ਾ ਜਿਹੜੀ ਹੈਗੀ ਆ LF ਵਾਰਡ ਦੀ ਹੈਗੀ ਹੈ, ਸਮਾਜ ਸ਼ਾਸਤਰ ਸਮਾਜ ਦਾ ਵਿਗਿਆਨ ਹੈ। ਠੀਕ ਹੈ, ਇਸ ਤੋਂ ਅੱਗੇ ਹੋਰ ਕਈ ਸਾਰੀਆਂ ਪਰਿਭਾਸ਼ਾਵਾਂ ਨੇ, ਜਿਹੜੀ ਵੀ ਤੁਹਾਨੂੰ ਪਰਿਭਾਸ਼ਾ ਚੰਗੀ ਲੱਗੇ ਤੁਸੀਂ ਉਹ ਲਿਖ ਸਕਦੇ ਹੋ। ਖੇਡਾਂ ਦਾ ਜਿਹੜਾ ਹੈਗਾ, ਖੇਡਾਂ ਮਨੁੱਖ ਦਾ ਸੱਭਿਆਚਾਰਕ ਵਿਰਸਾ। ਇਹ ਇੱਕ ਬੜੀ ਇੰਪੋਰਟੈਂਟ ਚੀਜ਼ ਹੈ ਕਿ ਜਿਹੜੀਆਂ ਖੇਡਾਂ ਨੇ ਨਾ ਉਹ ਸੱਭਿਆਚਾਰਕ ਵਿਰਸਾ ਹੈ ਸਾਡੇ ਮਨੁੱਖ ਦਾ। ਸ਼ੁਰੂ ਤੋਂ ਲੈ ਕੇ ਜੰਗਲੀ ਜਾਨਵਰਾਂ ਦਾ ਮਨੁੱਖ ਜੇ ਸ਼ਿਕਾਰ ਕਰਦਾ ਸੀ, ਉਹਨਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਸੀ ਤਾਂ ਵੱਖ-ਵੱਖ ਸਰੀਰਕ ਕਿਰਿਆਵਾਂ ਕਰਦਾ ਸੀ। ਪਹਿਲਾਂ ਕਦੇ ਵਿਅਕਤੀਗਤ ਰੂਪ 'ਚ ਕਰਦਾ ਸੀ, ਇਕੱਲਿਆਂ ਕਰਦਾ ਸੀ, ਫਿਰ ਉਹ ਗਰੁੱਪਾਂ ਦੇ ਵਿੱਚ ਕਰਨ ਲੱਗਿਆ। ਭੱਜਣਾ, ਕੁੱਦਣਾ, ਤੈਰਨਾ, ਨਿਸ਼ਾਨਾ ਲਾਉਣਾ, ਨਿਸ਼ਾਨਾ ਬਣਾਉਣਾ, ਨਿਸ਼ਾਨਾ ਹੋਣ ਤੋਂ ਬਚਣਾ, ਇਹਨਾਂ ਕਿਰਿਆਵਾਂ ਨੂੰ ਕਰਦਿਆਂ ਕਰਦਿਆਂ ਹੀ ਉਹ ਮਨੁੱਖ ਜਿਹੜਾ ਸੀਗਾ ਉਹ ਤਰ੍ਹਾਂ ਦੀਆਂ ਜਿਹੜੀਆਂ ਖੇਡਾਂ ਸੀਗੀਆਂ ਉਹ ਉਹਨਾਂ ਦਾ ਜਨਮਦਾਤਾ ਬਣ ਗਿਆ। ਆਦਿ ਮਾਨਵ ਨੇ ਆਪਣੀ ਰੱਖਿਆ ਲਈ ਅਤੇ ਸ਼ਿਕਾਰ ਲਈ ਭਾਲੇ, ਤੀਰ, ਕਮਾਨ ਆਦਿ ਹਥਿਆਰਾਂ ਦੀ ਵਰਤੋਂ ਕੀਤੀ। ਸਮੇਂ ਦੇ ਨਾਲ ਨਾਲ ਮਨੁੱਖ ਸੱਭਿਅਤਾ ਵੱਲ ਵਧਿਆ ਅਤੇ ਮਨੁੱਖ ਨੇ ਟੋਲੀਆਂ ਦੇ ਰੂਪ ਵਿੱਚ ਰਹਿਣਾ ਸ਼ੁਰੂ ਕੀਤਾ, ਜਿਵੇਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ। ਸੋ ਇਸ ਤਰ੍ਹਾਂ ਗਰੁੱਪ ਖੇਡਾਂ ਜਿਹੜੀਆਂ ਸੀਗੀਆਂ ਉਹ ਹੋਂਦ ਵਿੱਚ ਆਈਆਂ। ਹੌਲੀ ਹੌਲੀ ਇਹਨਾਂ ਕਿਰਿਆਵਾਂ ਦੇ ਮਨੋਰੰਜਨ ਤੋਂ ਅੱਗੇ ਵੱਧ ਕੇ ਖੇਡਾਂ ਦਾ ਰੂਪ ਧਾਰ ਲਿਆ। ਪਹਿਲਾਂ ਤਾਂ ਆਪਣੇ ਬਚਾਅ ਲਈ, ਸ਼ਿਕਾਰ ਲਈ ਜਾਂ ਮਨੋਰੰਜਨ ਲਈ ਇਹ ਚੀਜ਼ਾਂ ਹੁੰਦੀਆਂ ਸੀ, ਫਿਰ ਹੌਲੀ ਹੌਲੀ ਇਹ ਗਰੁੱਪ ਖੇਡਾਂ ਦੇ ਰੂਪ ਦੇ ਵਿੱਚ ਵਿਕਸਿਤ ਹੋਣ ਲੱਗੀਆਂ। ਠੀਕ ਹੈ, ਜਿਵੇਂ ਦੌੜਾਂ, ਕੁਸ਼ਤੀਆਂ, ਪੱਥਰ ਸੁੱਟਣਾ, ਨਿਸ਼ਾਨਾ ਲਾਉਣਾ, ਇੱਦਾਂ ਕਈ ਖੇਡ ਮੁਕਾਬਲੇ ਜਿਹੜੇ ਸੀਗੇ ਉਹ ਹੋਂਦ ਵਿੱਚ ਆਏ। ਹੁਣ ਆਹ ਬੜਾ ਇੰਪੋਰਟੈਂਟ ਪੈਰਾ ਜਿਹੜਾ ਥੱਲੇ ਵਾਲਾ, ਯੂਨਾਨ ਗਰੀਸ ਨੂੰ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਸੱਭਿਅਤਾਵਾਂ ਦੇ ਰੂਪ ਵਿੱਚ ਮੰਨਿਆ ਜਾਂਦਾ ਹੈ। ਖੇਡਾਂ ਦੀ ਹਰਮਨ ਪਿਆਰਤਾ ਨੂੰ ਦੇਖਦੇ ਹੋਏ 776 BC ਵਿੱਚ ਯੂਨਾਨ ਦੇ ਪ੍ਰਾਚੀਨ ਓਲੰਪਿਕ ਖੇਡਾਂ ਦੀ ਸ਼ੁਰੂਆਤ ਯੂਨਾਨ ਦੇ ਵਿੱਚ ਹੋਈ ਹੈ। ਏਥਨਜ਼ ਵਿੱਚ ਸਥਿਤ ਓਲੰਪੀਆ ਪਹਾੜ ਦੇ ਮੈਦਾਨ ਵਿੱਚ ਦੌੜਾਂ, ਨੇਜਾ ਸੁੱਟਣ, ਕੁਸ਼ਤੀ, ਰੱਥ ਦੌੜ, ਪੱਥਰ ਸੁੱਟਣਾ, ਤੈਰਾਕੀ, ਘੋੜਸਵਾਰੀ ਆਦਿ ਅਨੇਕਾਂ ਖੇਡਾਂ ਦਾ ਆਯੋਜਨ ਜਿਹੜਾ ਉਸ ਸਮੇਂ ਕੀਤਾ ਗਿਆ। ਯੂਨਾਨ ਤੋਂ ਇਲਾਵਾ ਹੋਰ ਵੀ ਅਨੇਕਾਂ ਦੇਸ਼ਾਂ ਨੇ ਖੇਡਾਂ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਇਆ। ਸੰਸਾਰ ਦੀਆਂ ਪੁਰਾਤਨ ਸੱਭਿਅਤਾਵਾਂ ਵਿੱਚ ਭਾਰਤ ਨੂੰ ਵੀ ਅਜਿਹਾ ਵਿਸ਼ੇਸ਼ ਦਰਜਾ ਹਾਸਲ ਹੈ। ਖੇਡਾਂ ਨਾਲ ਜੁੜੀਆਂ ਵੱਖ-ਵੱਖ ਕਿਰਿਆਵਾਂ ਨੂੰ ਪ੍ਰਫੁੱਲਤ ਕਰਨ ਵਿੱਚ, ਵਿਕਸਿਤ ਕਰਨ ਵਿੱਚ ਭਾਰਤ ਦਾ ਵੀ ਯੋਗਦਾਨ ਜਿਹੜਾ ਉਹ ਰਿਹਾ ਹੈਗਾ। ਗੁਰੂਕੁਲਾਂ ਦੇ ਵਿੱਚ ਤੀਰਅੰਦਾਜ਼ੀ ਦੀ ਜਾਂ ਧਨੁਸ਼ ਵਿੱਦਿਆ, ਤਲਵਾਰਬਾਜ਼ੀ, ਘੋੜਸਵਾਰੀ ਇਹ ਸਿਖਲਾਈ ਜਾਂਦੀ ਸੀ। ਇਹ ਭਾਰਤ ਦੇ ਪ੍ਰਸੰਗ 'ਚ ਆਪਾਂ ਗੱਲ ਕਰਦੇ ਹਾਂ। ਠੀਕ ਹੈ, ਆਹ ਤੁਸੀਂ ਦੇਖ ਰਹੇ ਹੋ ਜਿਵੇਂ ਕਬੱਡੀ, ਖੋ-ਖੋ, ਕੁਸ਼ਤੀ, ਸ਼ਤਰੰਜ, ਭਾਰ ਚੁੱਕਣਾ, ਨਾਚ, ਸੰਗੀਤ ਆਦਿ ਭਾਰਤੀ ਇਤਿਹਾਸ ਦਾ ਪ੍ਰਮੁੱਖ ਅੰਗ ਮੰਨੇ ਜਾਂਦੇ ਰਹੇ ਆ। ਹੁਣ ਆਹ ਚੀਜ਼ਾਂ ਨੋਟ ਕਰਿਓ, ਛੋਟੇ ਸਵਾਲਾਂ ਦੇ ਲਈ ਵੀ ਬੜੀਆਂ ਮਹੱਤਵਪੂਰਨ ਨੇ। ਜਿਮਨਾਸਟਿਕ ਨੂੰ ਸਭ ਖੇਡਾਂ ਦੀ ਮਾਂ ਖੇਡ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ, ਜਿਸ ਦੀ ਸ਼ੁਰੂਆਤ ਜਰਮਨੀ ਤੋਂ ਹੋਈ। ਇਸ ਤੋਂ ਇਲਾਵਾ ਸਵੀਡਨ ਅਤੇ ਡੈਨਮਾਰਕ ਵਿੱਚ ਵੀ ਜਿਮਨਾਸਟਿਕ ਦਾ ਯੋਗਦਾਨ ਹੈ, ਜਿਨ੍ਹਾਂ ਵਿੱਚ ਰਿਦਮਿਕ ਜਿਮਨਾਸਟਿਕ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਹੋਈ ਹੈ। ਜਰਮਨੀ ਤੋਂ ਇਲਾਵਾ ਸਵੀਡਨ ਅਤੇ ਡੈਨਮਾਰਕ ਦਾ ਵੀ ਜਿਮਨਾਸਟਿਕ 'ਚ ਅਹਿਮ ਯੋਗਦਾਨ ਹੈ, ਬੜਾ ਇੰਪੋਰਟੈਂਟ ਹੈ। ਅੱਛਾ, ਇੰਗਲੈਂਡ ਨੂੰ ਬਾਲ ਗੇਮਸ ਭਾਵ ਗੇਂਦ ਖੇਡਾਂ ਦਾ ਜਨਮਦਾਤਾ ਮੰਨਿਆ ਜਾਂਦਾ ਅਤੇ ਗੇਂਦ ਖੇਡਾਂ ਵਿੱਚ ਕ੍ਰਿਕਟ, ਟੈਨਿਸ, ਹਾਕੀ, ਫੁੱਟਬਾਲ ਬੜਾ ਕੁਛ ਆ ਜਾਂਦਾ। ਉਸ ਤੋਂ ਬਾਅਦ ਬਾਸਕਿਟਬਾਲ, ਬੇਸਬਾਲ, ਵਾਲੀਬਾਲ ਆਦਿ ਖੇਡਾਂ। ਅਮਰੀਕਾ ਜਿਹੜਾ ਹੈਗਾ ਉਹਨੇ ਇੱਧਰਲੇ ਪਾਸੇ ਉਹਦਾ ਯੋਗਦਾਨ ਕਾਫੀ ਹੈ। 776 BC ਵਿੱਚ ਹਜ਼ਾਰਾਂ ਸਾਲ ਪਹਿਲਾਂ ਸ਼ੁਰੂ ਹੋਈਆਂ ਪ੍ਰਾਚੀਨ ਓਲੰਪਿਕ ਖੇਡਾਂ ਅੱਜ ਵੀ ਆਧੁਨਿਕ ਓਲੰਪਿਕ ਖੇਡਾਂ ਦੇ ਰੂਪ ਵਿੱਚ ਨਿਰੰਤਰ ਚੱਲ ਰਹੀਆਂ ਹਨ ਅਤੇ ਵਿਸ਼ਵ ਦਾ ਹਰੇਕ ਦੇਸ਼ ਇਹਨਾਂ ਦੇ ਵਿੱਚ ਹਿੱਸਾ ਲੈ ਰਿਹਾ ਹੈਗਾ। ਉਸ ਤੋਂ ਬਾਅਦ ਮੇਨ ਗੱਲ ਜਿਹੜੀ ਇਹਦੇ 'ਚ ਆ ਜਾਂਦੀ ਹੈਗੀ ਆ ਕਿ ਇਸ ਪ੍ਰਕਾਰ ਅਸੀਂ ਕਹਿ ਸਕਦੇ ਹਾਂ ਕਿ ਖੇਡਾਂ ਮਨੁੱਖ ਨੂੰ ਸੱਭਿਆਚਾਰਕ ਵਿਰਸੇ ਦੇ ਰੂਪ ਵਿੱਚ ਪ੍ਰਾਪਤ ਹੋਈਆਂ ਹਨ। ਹੁਣ ਖੇਡਾਂ ਰਾਹੀਂ ਸਮਾਜਿਕ ਗੁਣਾਂ ਦਾ ਵਿਕਾਸ ਕਿਵੇਂ ਹੁੰਦਾ? ਪਹਿਲੀ ਗੱਲ, ਖੇਡਾਂ ਆਪਸੀ ਭਾਈਚਾਰੇ ਅਤੇ ਸਾਂਝ ਨੂੰ ਪੈਦਾ ਕਰਦੀਆਂ ਨੇ। ਵੱਖ-ਵੱਖ ਥਾਵਾਂ, ਧਰਮਾਂ, ਜ਼ਾਤਾਂ, ਨਸਲਾਂ ਦੇ ਲੋਕ ਜਿਹੜੇ ਹੈਗੇ ਆ ਉਹ ਭਾਈਚਾਰਕ ਤੌਰ 'ਤੇ ਇਕੱਠੇ ਟੀਮ ਬਣਾ ਕੇ ਖੇਡਦੇ ਨੇ। ਸਮਾਜਿਕ ਭਾਵਨਾ ਦਾ ਵਿਕਾਸ ਹੁੰਦਾ ਕਿਉਂਕਿ ਕੋਈ ਵੀ ਟੀਮ ਗੇਮ ਆ, ਕੋਈ ਵੀ ਖੇਡ ਆ, ਉਹ ਵਿਅਕਤੀਗਤ ਰੂਪ ਦੇ ਵਿੱਚ ਇਕੱਲਿਆਂ ਹੀ ਨਹੀਂ ਬੰਦਾ ਕੁਛ ਕਰ ਸਕਦਾ, ਉਹਦੇ ਵਿੱਚ ਉਹਨੂੰ ਟੀਮ ਨੂੰ ਨਾਲ ਲੈ ਕੇ ਚੱਲਣਾ ਪੈਂਦਾ। ਹੀਣਤਾ ਦੀ ਭਾਵਨਾ ਤੋਂ ਮੁਕਤੀ ਹੁੰਦੀ ਹੈ। ਇਨਫੀਰੀਅਰਿਟੀ ਕੰਪਲੈਕਸ ਵੀ ਮੈਂ ਕਿਸੇ ਤੋਂ ਘੱਟ ਹਾਂ, ਇਸ ਚੀਜ਼ ਦੇ ਵਿੱਚੋਂ ਬੰਦਾ ਮੁਕਤ ਹੋ ਕੇ ਪੂਰਾ ਇੱਕ ਜਨ ਆਪਦੀ ਤਾਕਤ ਲਾ ਕੇ ਖੇਡਦਾ ਹੈ ਅਤੇ ਉਹ ਹੀਣਤਾ ਦੀ ਭਾਵਨਾ ਤੋਂ ਮੁਕਤ ਹੁੰਦਾ। ਮਾਨਸਿਕ ਅਤੇ ਸਰੀਰਕ ਤਣਾਅ ਤੋਂ ਮੁਕਤੀ ਮਿਲਦੀ ਹੈ।
ਅੱਜ ਦੇ ਸਮੇਂ ਦੇ ਵਿੱਚ ਜਦੋਂ ਅਸੀਂ ਮੋਬਾਈਲ ਗੇਮਸ ਖੇਡਦੇ ਹਾਂ ਤਾਂ ਬਹੁਤ ਸਾਰੀਆਂ ਗੇਮਸ ਜਿਹੜੀਆਂ ਬੜੀਆਂ ਡੇਂਜਰਸ ਨੇ, ਪਰ ਜਿਹੜੀਆਂ ਖੇਡਾਂ ਅਸੀਂ ਖੇਡਦੇ ਹਾਂ ਮੈਦਾਨ ਦੇ ਵਿੱਚ ਉਹ ਸਾਨੂੰ ਮਾਨਸਿਕ ਅਤੇ ਸਰੀਰਕ ਤਣਾਅ ਤੋਂ ਮੁਕਤ ਕਰਦੀਆਂ, ਨਫ਼ਰਤ ਨੂੰ ਖਤਮ ਕਰਦੀਆਂ ਨੇ। ਕੋਈ ਕਿਸੇ ਕਿਸਮ ਦਾ ਧਰਮ, ਜ਼ਾਤ, ਖੇਤਰ, ਨਸਲ ਦਾ ਵਿਤਕਰਾ ਨਹੀਂ ਰਹਿੰਦਾ। ਵਿਹਾਰ ਵਿੱਚ ਤਬਦੀਲੀ ਲਿਆਉਂਦੀਆਂ ਨੇ। ਅਸੀਂ ਕਮਾਂਡ ਕਰਨਾ ਵੀ ਸਿੱਖਦੇ ਹਾਂ ਅਤੇ ਕਮਾਂਡ ਸੁਣਨਾ ਵੀ ਸਿੱਖਦੇ ਹਾਂ। ਸੋ ਮਨੁੱਖੀ ਵਿਹਾਰ ਨੂੰ ਪ੍ਰਭਾਵਿਤ ਕਰਨ ਲਈ ਸਮਾਜਿਕ ਸੰਸਥਾਵਾਂ ਦਾ ਬੜਾ ਵੱਡਾ ਰੋਲ ਹੁੰਦਾ। ਇਹਦੇ ਵਿੱਚ ਕਿ ਬੱਚਾ ਜਦੋਂ ਜਨਮ ਲੈਂਦਾ ਉਹਨੂੰ ਕਿਸੇ ਪ੍ਰਕਾਰ ਦੀ ਸਮਝ ਨਹੀਂ ਹੁੰਦੀ, ਬੋਲਣ ਚੱਲਣ ਦਾ ਪਤਾ ਵੀ ਉਹਨੂੰ ਨਹੀਂ ਹੁੰਦਾ। ਜਿਵੇਂ ਜਿਵੇਂ ਵੱਡਾ ਹੁੰਦਾ ਹੌਲੀ ਹੌਲੀ ਉਹ ਸਿੱਖਦਾ। ਪਹਿਲੀ ਗੱਲ ਉਹ ਪਰਿਵਾਰ ਤੋਂ ਸਿੱਖਦਾ, ਠੀਕ ਹੈ, ਆਪਣੀ ਮਾਂ ਤੋਂ, ਪਿਤਾ ਤੋਂ, ਵੱਡੇ ਭੈਣ ਭਰਾਵਾਂ ਤੋਂ, ਰਿਸ਼ਤੇਦਾਰਾਂ ਤੋਂ ਬੱਚਾ ਸਿੱਖਦਾ। ਸੋ ਜਿਹੜੀਆਂ ਸਮਾਜਿਕ ਸੰਸਥਾਵਾਂ, ਕਿਉਂਕਿ ਆਪਾਂ ਸਮਾਜਿਕ ਮਨੋਵਿਗਿਆਨਕ ਪੱਖ ਕਰ ਰਹੇ ਹਾਂ ਨਾ, ਸੋ ਸਮਾਜਿਕ ਪੱਖ ਵਿੱਚ ਸਮਾਜ ਦੀ ਮਹੱਤਵਪੂਰਨ ਅਤੇ ਛੋਟੀ ਇਕਾਈ ਪਰਿਵਾਰ ਹੈ, ਅਤੇ ਪਰਿਵਾਰ ਤੋਂ ਬੱਚਾ ਬੜਾ ਕੁਛ ਸਿੱਖਦਾ। ਬੱਚੇ ਦੀ ਪਰਸਨੈਲਿਟੀ ਡਿਵੈਲਪਮੈਂਟ 'ਚ ਪਰਿਵਾਰ ਦਾ ਬੜਾ ਰੋਲ ਹੁੰਦਾ। ਦੂਜੇ ਨੰਬਰ 'ਤੇ ਵਿੱਦਿਅਕ ਅਦਾਰਾ, ਐਜੂਕੇਸ਼ਨ ਇੰਸਟੀਟਿਊਸ਼ਨਸ। ਇਹ ਵੀ ਸਮਾਜ ਸ਼ਾਸਤਰ ਦੇ ਵਿੱਚ ਅਸੀਂ ਪੜ੍ਹਦੇ ਹਾਂ ਕਿ ਵਿੱਦਿਅਕ ਸੰਸਥਾਵਾਂ ਦਾ ਕਿਸੇ ਵੀ ਸਮਾਜ ਦੀ ਤਰੱਕੀ 'ਚ ਬੜਾ ਵੱਡਾ ਰੋਲ ਹੁੰਦਾ। ਸੋ ਵਿੱਦਿਅਕ ਸੰਸਥਾਵਾਂ ਵਿੱਚ ਕਿੰਨੇ ਤਰ੍ਹਾਂ ਦੇ ਮੁਕਾਬਲੇ ਹੁੰਦੇ ਆ, ਕਿਵੇਂ ਬੱਚਾ ਇਕੱਠਿਆਂ ਰਹਿਣਾ ਸਿੱਖਦਾ, ਕੀ ਕੁਝ ਖੇਡਾਂ ਦੇ ਵਿੱਚ ਕਰਵਾਇਆ ਜਾਂਦਾ, ਕੀ ਕੁਝ ਉਹ ਸਿੱਖਦਾ। ਉਸ ਤੋਂ ਅੱਗੇ ਆ ਜਾਂਦਾ ਹੈ ਜੀ ਮਿੱਤਰ ਮੰਡਲੀ। ਹੁਣ ਜਦੋਂ ਬੱਚਾ, ਚਾਹੇ ਉਹ ਆਪਣੇ ਪਿੰਡ ਸ਼ਹਿਰ ਵਿੱਚ ਰਹਿੰਦਾ ਅਤੇ ਚਾਹੇ ਉਹ ਬੱਚਾ ਕਿਤੇ ਆਪਣੇ ਸਕੂਲ ਕਾਲਜ ਵਿੱਚ ਜਾਂਦਾ, ਅਤੇ ਆਪਣੀ ਕਿਸ਼ੋਰ ਉਮਰ ਦੇ ਵਿੱਚ ਉਹ ਆਪਣੀ ਮਿੱਤਰ ਮੰਡਲੀ ਤੋਂ ਬਹੁਤ ਟਾਈਮ ਉਹ ਉਹਦੇ ਨਾਲ ਗੁਜ਼ਾਰਦਾ ਅਤੇ ਉਹਦੇ ਤੋਂ ਬੜਾ ਪ੍ਰਭਾਵਿਤ ਹੁੰਦਾ, ਅਤੇ ਉਹਦੇ ਨਾਲ ਉਹ ਚੰਗਾ ਵਿਹਾਰ ਕਰਨਾ ਸਿੱਖਦਾ। ਗਲਤ ਆਦਤਾਂ ਜਿਹੜੀਆਂ ਹੈਗੀਆਂ, ਝੂਠ ਬੋਲਣਾ, ਲੜਾਈ ਝਗੜਾ ਕਰਨਾ, ਕਈ ਤਰ੍ਹਾਂ ਦੇ, ਜਿਸ ਤਰ੍ਹਾਂ ਦੀ ਮਿੱਤਰ ਮੰਡਲੀ ਉਸ ਤਰ੍ਹਾਂ ਦਾ ਹੀ ਬੱਚਾ ਜਿਹੜਾ ਉਹ ਬਣਦਾ ਜਾਂਦਾ। ਸੋ ਚੰਗੀ ਮਿੱਤਰ ਮੰਡਲੀ ਬਣਾਉਣੀ ਚਾਹੀਦੀ ਹੈ ਤਾਂ ਕਿ ਸਮਾਜਿਕ ਜੀਵਨ ਬਣ ਸਕੇ। ਫਿਰ ਧਰਮ ਵਿੱਚ ਜਿਹੜਾ ਭਾਰਤ ਵਿੱਚ ਧਰਮ ਨੂੰ ਬਹੁਤ ਮਹੱਤਵ ਜਿਹੜਾ ਹੈਗਾ ਉਹ ਦਿੱਤਾ ਜਾਂਦਾ। ਮਾਤਾ ਪਿਤਾ ਜਿਸ ਧਰਮ ਨੂੰ ਮੰਨਦੇ ਆ, ਅਕਸਰ ਬੱਚੇ ਉਸੇ ਧਰਮ ਨੂੰ ਮੰਨਦੇ ਹੁੰਦੇ ਆ, ਠੀਕ ਹੈ। ਸੋ ਕੋਈ ਵੀ ਆਪਾਂ ਜਦੋਂ ਖੇਡ ਸ਼ੁਰੂ ਕਰਦੇ ਹਾਂ ਜਾਂ ਕੁਛ ਵੀ, ਖਿਡਾਰੀ ਦਾ ਵੀ ਆਪਦਾ ਕੋਈ ਧਰਮ ਹੁੰਦਾ। ਇੱਕ ਤਾਂ ਖੇਡ ਧਰਮ ਹੁੰਦਾ ਸਾਡਾ, ਇਸ ਤੋਂ ਇਲਾਵਾ ਉਹ ਜਿਸ ਵੀ ਆਪਣੇ ਖੁਦਾ ਨੂੰ ਮੰਨਦਾ ਹੈ ਉਸ ਦੀ ਇਬਾਦਤ ਕਰਕੇ ਹੀ ਉਹ ਖੇਡ ਮੈਦਾਨ ਵਿੱਚ ਉਤਰਨ ਦੀ ਕੋਸ਼ਿਸ਼ ਕਰਦਾ। ਧਰਮ ਵਿਅਕਤੀ ਵਿੱਚ ਸਵੈ ਵਿਸ਼ਵਾਸ ਪੈਦਾ ਕਰਦਾ। ਇਹਦੀ ਕੱਟੜਤਾ ਮਾੜੀ ਹੈ, ਧਰਮ ਦਾ ਵਿਸ਼ਵਾਸ ਮਾੜਾ ਨਹੀਂ। ਸ਼ਾਸਨ ਪ੍ਰਣਾਲੀ, ਜਿਸ ਤਰ੍ਹਾਂ ਦੇ ਪ੍ਰਬੰਧ ਵਿੱਚ ਸਮਾਜ ਨੂੰ ਚਲਾਉਣ ਲਈ ਜਿਹੜੀ ਸ਼ਾਸਨ ਪ੍ਰਣਾਲੀ ਹੈ, ਕੋਈ ਪ੍ਰਬੰਧ ਹੈ, ਕੋਈ ਸਰਕਾਰ ਹੈ, ਉਹਦਾ ਵੀ ਇਹਦੇ ਨਾਲ ਸੰਬੰਧ ਹੈ ਬਹੁਤ। ਹਰ ਸੁਤੰਤਰ ਦੇਸ਼ ਨੂੰ ਇੱਕ ਨਿਰਣਾ ਲੈਣ ਲਈ ਅਧਿਕਾਰ ਹੁੰਦਾ ਹੈ, ਅਤੇ ਸ਼ਾਸਨ ਪ੍ਰਣਾਲੀ ਪੂਰੇ ਦੇਸ਼ ਵਿੱਚ ਕੁਝ ਨਿਯਮਾਂ ਨੂੰ ਲਾਗੂ ਕਰਦੀ ਹੈ। ਜਿਵੇਂ ਸਾਡੇ ਦੇਸ਼ ਵਿੱਚ ਲੋਕਤੰਤਰੀ ਪ੍ਰਣਾਲੀ ਹੈ, ਇਸ ਪ੍ਰਣਾਲੀ ਵਿੱਚ ਦੇਸ਼ ਦੇ ਹਰ ਨਾਗਰਿਕ ਨੂੰ ਕੁਝ ਮੌਲਿਕ ਅਧਿਕਾਰ ਵੀ ਮਿਲੇ ਨੇ। ਸੋ ਇਹਨਾਂ ਚੀਜ਼ਾਂ ਦਾ ਸੰਬੰਧ ਜਿਹੜਾ ਹੈ ਬੱਚੇ ਦੀ ਜਾਂ ਵਿਅਕਤੀ ਦੀ ਜਾਂ ਖਿਡਾਰੀ ਦੀ ਮਾਨਸਿਕਤਾ 'ਤੇ ਪੈਂਦਾ। ਅੱਗੇ ਆਉਂਦਾ ਕਿ ਰਾਸ਼ਟਰੀ ਏਕੀਕਰਨ ਵਿੱਚ ਰੋਲ ਆਫ ਗੇਮਸ ਐਂਡ ਸਪੋਰਟਸ ਇਨ ਨੈਸ਼ਨਲ ਇੰਟੀਗ੍ਰੇਸ਼ਨ। ਦੇਖੋ ਇਹ ਸਿੰਪਲ ਜੀ ਗੱਲ ਹੈ। ਅਸੀਂ ਵੱਖ-ਵੱਖ ਭਾਸ਼ਾ, ਵੱਖ-ਵੱਖ ਥਾਵਾਂ 'ਤੇ ਵੱਖ-ਵੱਖ ਜਾਤੀਆਂ, ਧਰਮਾਂ, ਨਸਲਾਂ ਦੇ, ਅਮੀਰ ਗਰੀਬ, ਵੱਡੇ ਛੋਟੇ, ਕਈ ਤਰ੍ਹਾਂ ਦੇ ਇਲਾਕਿਆਂ ਦੇ ਲੋਕ ਇੱਕ ਥਾਂ 'ਤੇ ਇਕੱਠੇ ਹੁੰਦੇ ਆ। ਪਰ ਰਾਸ਼ਟਰੀ ਏਕੀਕਰਨ ਦੇ ਵਿੱਚ ਖੇਡਾਂ ਦਾ ਬੜਾ ਅਹਿਮ ਰੋਲ ਹੈ। ਜਦੋਂ ਕੋਈ ਹਿੰਦੁਸਤਾਨ ਦੀ ਟੀਮ ਖੇਡਦੀ ਆ ਤਾਂ ਉਹ ਹਿੰਦੁਸਤਾਨ ਦੀ ਜਾਂ ਭਾਰਤ ਦੀ ਟੀਮ ਹੁੰਦੀ ਹੈ। ਉਹਦੇ ਵਿੱਚ ਪੰਜਾਬ ਦੀ, ਹਰਿਆਣੇ ਦੀ, ਹਿਮਾਚਲ ਦੀ, ਹਿੰਦੂਆਂ ਦੀ, ਸਿੱਖਾਂ ਦੀ, ਮੁਸਲਮਾਨਾਂ ਦੀ ਕੋਈ ਟੀਮ ਨਹੀਂ ਹੁੰਦੀ। ਸੋ ਇੱਕ ਰਾਸ਼ਟਰੀ ਏਕੀਕਰਨ ਲਿਆਉਣ ਵਿੱਚ ਖੇਡਾਂ ਦਾ ਬਹੁਤ ਹੀ ਵੱਡਾ ਯੋਗਦਾਨ ਹੁੰਦਾ ਹੈ। ਅਤੇ ਖੇਡਾਂ ਜਿਹੜੀਆਂ ਨੈਤਿਕ ਕਦਰਾਂ ਕੀਮਤਾਂ ਅਤੇ ਸਮਾਜਿਕ ਗੁਣਾਂ ਦਾ ਵਿਕਾਸ ਕਰਦੀਆਂ ਨੇ, ਸਾਨੂੰ ਮੋਰੈਲਿਟੀ ਦਿੰਦੀਆਂ ਨੇ, ਨੈਤਿਕਤਾ ਦੀ ਸਿੱਖਿਆ ਦਿੰਦੀਆਂ ਨੇ। ਜਾਤ ਪਾਤ ਅਤੇ ਧਰਮ ਦੇ ਭੇਦਾਂ ਤੋਂ ਸਾਨੂੰ ਦੂਰ ਕਰਦੀਆਂ ਨੇ। ਭਾਸ਼ਾਵਾਦ ਅਤੇ ਖੇਤਰਵਾਦ, ਮਤਲਬ ਮੇਰੀ ਹਰਿਆਣਵੀ ਹੈ, ਮੇਰੀ ਪੰਜਾਬੀ ਹੈ, ਮੇਰੀ ਉਰਦੂ ਹੈ, ਮੇਰੀ ਤਾਮਿਲ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹਟ ਕੇ ਅਸੀਂ ਹਿੰਦੁਸਤਾਨੀ ਦੇ ਤੌਰ 'ਤੇ, ਭਾਰਤੀ ਦੇ ਤੌਰ 'ਤੇ ਅਤੇ ਇੱਕ ਵਿਸ਼ਵ ਖਿਡਾਰੀ ਦੇ ਤੌਰ 'ਤੇ ਖੇਡਦੇ ਹਾਂ। ਸੋ ਇਹਨਾਂ ਭਾਸ਼ਾਵਾਦ ਅਤੇ ਖੇਤਰਵਾਦ ਤੋਂ, ਇਲਾਕਾਵਾਦ ਤੋਂ ਅਸੀਂ ਉੱਪਰ ਉੱਠਦੇ ਹਾਂ। ਅਗਵਾਈ ਦਾ ਵਿਕਾਸ, ਖੇਡਾਂ ਖਿਡਾਰੀ ਵਿੱਚ ਅਗਵਾਈ ਦਾ ਵਿਕਾਸ ਕਰਦੀਆਂ ਹਨ ਤਾਂ ਕਿ ਖਿਡਾਰੀ ਭਵਿੱਖ ਵਿੱਚ ਅਗਵਾਈ ਦੇ ਬਲਬੂਤੇ 'ਤੇ ਦੇਸ਼ ਨੂੰ ਤਰੱਕੀ ਦੇ ਰਾਹਾਂ 'ਤੇ ਲਿਜਾ ਸਕੇ। ਫਿਰ ਸਾਹਸ ਦੀ ਭਾਵਨਾ, ਕਰੇਜ, ਹੌਸਲਾ ਪੈਦਾ ਕਰਦੀਆਂ ਨੇ। ਮੈਂ ਕੀ ਨਹੀਂ ਕਰ ਸਕਦਾ, ਮੈਂ ਕਰ ਸਕਦਾ। ਮੈਂ ਕਿਉਂ ਨਹੀਂ ਕਰ ਸਕਦਾ, ਮੈਂ ਕਰ ਸਕਦਾ। ਇਹ ਭਾਵਨਾ ਖੇਡਾਂ ਪੈਦਾ ਕਰਦੀਆਂ ਨੇ। ਸੰਵੇਗਾਂ 'ਤੇ ਕੰਟਰੋਲ, ਕਈ ਵਾਰੀ ਨਾ ਅਸੀਂ ਬਹੁਤੇ ਭਾਵੁਕ ਹੋ ਕੇ ਵਹਿਣਾਂ ਵਿੱਚ ਵਹਿ ਜਾਂਦੇ ਹਾਂ। ਕਿਸੇ ਵੀ ਚੀਜ਼ ਦੇ ਦੋ ਪਹਿਲੂ ਹੁੰਦੇ ਆ, ਪਰ ਜਿਹੜਾ ਖੇਡ ਵਾਲਾ ਬੰਦਾ ਹੁੰਦਾ ਹੈ ਉਹਦੇ ਫੈਸਲੇ ਸਦੇ ਸੰਤੁਲਿਤ ਹੁੰਦੇ ਨੇ। ਉਹ ਭਾਵੁਕ ਹੋ ਕੇ ਗਲਤ ਫੈਸਲੇ ਨਹੀਂ ਲੈਂਦਾ, ਉਹਨੂੰ ਆਪਣੀਆਂ ਫੀਲਿੰਗਸ ਦੇ ਉੱਤੇ ਕੰਟਰੋਲ ਰਹਿੰਦਾ। ਫਿਰ ਪ੍ਰਸਥਿਤੀਆਂ ਦਾ ਬਖੂਬੀ ਸਾਹਮਣਾ ਕਰਨਾ। ਕੋਈ ਵੀ ਮੁਕਾਬਲਾ ਹੋਵੇ, ਕਿੰਨਾ ਵੀ ਔਖਾ ਹੋਵੇ, ਹਾਰ ਆਉਂਦੀ ਹੋਵੇ, ਕੋਈ ਵੀ ਮੁਸ਼ਕਲ ਆ ਜਾਵੇ, ਖਿਡਾਰੀ ਛੇਤੀ ਕੀਤੇ ਦਿਲ ਨਹੀਂ ਛੱਡਦੇ, ਹਾਰਦੇ ਨਹੀਂ। ਸੋ ਬੜੇ ਸੋਹਣੇ ਤਰੀਕੇ ਨਾਲ ਉਹ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਦੇ ਨੇ। ਉਹ ਇੱਕ ਬਹੁਤ ਇੰਪੋਰਟੈਂਟ ਪੱਖ ਹੈ ਕਿ ਖੇਡਾਂ ਜਿਹੜੀਆਂ ਨੇ ਇਸ ਤਰੀਕੇ ਨਾਲ ਸਾਡਾ ਵਿਕਾਸ ਜਿਹੜੀਆਂ ਕਰਦੀਆਂ ਨੇ। ਹੁਣ ਅਸੀਂ ਖੇਡਾਂ ਵਿੱਚ ਮਨੋਵਿਗਿਆਨ ਦਾ, ਸਾਈਕੋਲੋਜੀ ਦਾ ਕੀ ਮਹੱਤਵ ਹੈ, ਇਹਦੇ ਬਾਰੇ ਗੱਲ ਕਰਾਂਗੇ। ਸਾਈਕੋਲੋਜੀ ਕੀ ਹੈ? ਸਾਡੇ ਵਿਹਾਰ ਦਾ, ਜਿਹੜਾ ਮਨੁੱਖੀ ਵਿਹਾਰ ਹੈ ਉਹਦਾ ਅਧਿਐਨ ਹੈਗਾ, ਹੈ ਨਾ। ਵਿਹਾਰ ਦਾ ਅਧਿਐਨ, ਪਹਿਲੀ ਗੱਲ ਤਾਂ ਕਿ ਜਿਹੜਾ ਅਕਸਰ ਖੇਡ ਅਤੇ ਸਿਖਲਾਈ ਦੇ ਦੌਰਾਨ ਖਿਡਾਰੀ ਦਾ ਵਿਹਾਰ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ। ਖੇਡ ਦੇ ਦੌਰਾਨ ਵੱਖ-ਵੱਖ ਪ੍ਰਸਥਿਤੀਆਂ ਵਿੱਚ ਖਿਡਾਰੀ ਦੇ ਵਿਹਾਰ ਦਾ ਅਧਿਐਨ ਮਨੋਵਿਗਿਆਨਕ
ਸੂਝ ਵਾਲਾ ਬੰਦਾ ਬੜਾ ਸੌਖਾ ਕਰ ਸਕਦਾ। ਸੋ ਸਾਨੂੰ ਮਨੋਵਿਗਿਆਨ ਦੀ ਬੜੀ ਇੰਪੋਰਟੈਂਸ ਲੱਗਦੀ ਹੈ ਜਦੋਂ ਅਸੀਂ ਖੇਡ ਦੇ ਮੈਦਾਨ ਦੇ ਵਿੱਚ ਉਹਦੀ ਵਰਤੋਂ ਕਰਦੇ ਹਾਂ। ਫਿਰ ਵਿਅਕਤੀਗਤ ਭਿੰਨਤਾ ਦਾ ਗਿਆਨ, ਸਾਨੂੰ ਪਤਾ ਲੱਗਦਾ ਹੈ ਕਿ ਕੋਈ ਵੀ ਦੋ ਬੰਦੇ ਇੱਕੋ ਜਿਹੇ ਨਹੀਂ ਹੁੰਦੇ। ਸਰੀਰਕ ਪੱਖੋਂ, ਮਾਨਸਿਕ ਪੱਖੋਂ, ਹਾਲਾਤਾਂ ਪੱਖੋਂ, ਆਦਤਾਂ ਪੱਖੋਂ, ਸਮਾਜ ਪੱਖੋਂ ਵੱਖਰੇ ਵੱਖਰੇ ਹੋ ਸਕਦੇ ਨੇ। ਸੋ ਉਹਨਾਂ ਦੀ ਭਿੰਨਤਾ ਨੂੰ ਸਵੀਕਾਰਨਾ ਸਾਨੂੰ ਆ ਜਾਂਦਾ। ਸਾਨੂੰ ਪਤਾ ਹੈ ਕਿ ਉਹ ਇਸ ਮਾਹੌਲ 'ਚ ਪਲਿਆ ਤਾਂ ਇਸ ਤਰ੍ਹਾਂ ਦਾ, ਮੈਂ ਇਸ ਮਾਹੌਲ 'ਚ ਪਲਿਆ ਤਾਂ ਇਸ ਤਰ੍ਹਾਂ ਦਾ। ਸੋ ਇਸ ਕਰਕੇ ਇਹ ਜਿਹੜੀ ਵਿਅਕਤੀਗਤ ਭਿੰਨਤਾ ਹੈ, ਇਹਦਾ ਗਿਆਨ ਵੀ ਸਾਨੂੰ ਮਨੋਵਿਗਿਆਨ ਕਰਾ ਦਿੰਦਾ। ਫਿਰ ਸਿੱਖਣ ਵਿੱਚ ਸਹਾਇਕ, ਸਿੱਖਣ ਦੀ ਪ੍ਰਕਿਰਿਆ ਬੜੀ ਗੁੰਝਲਦਾਰ ਹੁੰਦੀ ਹੈ, ਅਤੇ ਜਦੋਂ ਅਸੀਂ ਸਾਈਕੋਲੋਜੀਕਲੀ ਮਨੋਵਿਗਿਆਨਕ ਤੌਰ 'ਤੇ ਕਿਸੇ ਨੂੰ ਅਗਵਾਈ ਦਿੰਦੇ ਹਾਂ ਜਾਂ ਕਿਸੇ ਦੀ ਅਗਵਾਈ ਮੰਨਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ ਕਿ ਕਿਹੜੇ ਬੰਦੇ ਨੂੰ ਕਿਸ ਤਰੀਕੇ ਨਾਲ ਕੀ ਸਿਖਾਇਆ ਜਾ ਸਕਦਾ। ਉਚਿਤ ਖੇਡ ਦੀ ਚੋਣ, ਹੁਣ ਕਈਆਂ ਨੂੰ ਖੇਡ ਗਲਤ ਚੁਣ ਲੈਂਦੇ ਆ, ਫਿਰ ਉਹ ਕਾਮਯਾਬ ਨਹੀਂ ਹੁੰਦੇ। ਜੇ ਅਸੀਂ ਮਨੋਵਿਗਿਆਨਕ ਤੌਰ 'ਤੇ ਅਸੀਂ ਇਕੱਲਾ ਸਰੀਰਕ ਪੱਖ ਹੀ ਨਹੀਂ ਦੇਖਣਾ, ਖਿਡਾਰੀ ਦਾ ਮਾਨਸਿਕ ਪੱਖ ਵੀ ਦੇਖਣਾ ਵੀ ਖਿਡਾਰੀ ਕਿਸ ਤਰ੍ਹਾਂ ਦੀ ਮਾਨਸਿਕਤਾ ਦਾ, ਕਿਹੜੀਆਂ ਖੇਡਾਂ ਦੇ ਵਿੱਚ ਉਹ ਜ਼ਿਆਦਾ ਕਾਮਯਾਬ ਹੋਏਗਾ। ਸੋ ਜਿਹੜਾ ਖਿਡਾਰੀ ਹੈ ਉਹਦਾ ਸਹੀ ਮਾਰਗਦਰਸ਼ਨ ਕਰਨ ਦੇ ਲਈ ਜਿਹੜਾ ਉਹਦਾ ਕੋਚ ਹੈ, ਉਹਦਾ ਜਿਹੜਾ ਉਸਤਾਦ ਹੈ, ਉਹਨੂੰ ਅਗਰ ਉਚਿਤ ਖੇਡ ਦੀ ਜਾਣਕਾਰੀ ਹੈ ਔਰ ਸਾਈਕੋਲੋਜੀਕਲੀ ਮਨੋਵਿਗਿਆਨਕ ਪਹਿਲੂਆਂ ਨੂੰ ਮੁੱਖ ਰੱਖ ਕੇ ਉਹ ਚੋਣ ਕਰਦਾ ਤਾਂ ਸਹੀ ਚੋਣ ਕਰੂਗਾ। ਫਿਰ ਵਿਕਾਸ ਦੀਆਂ ਵੱਖ-ਵੱਖ ਅਵਸਥਾਵਾਂ ਨੇ। ਹੁਣ ਬਚਪਨ ਦੇ ਵਿੱਚ, ਕਿਸ਼ੋਰ ਅਵਸਥਾ ਵਿੱਚ, ਪ੍ਰੌੜ ਭਾਵ ਜਦੋਂ ਵੱਡਾ ਹੋ ਜਾਂਦਾ ਉਦੋਂ ਖਿਡਾਰੀ ਦੇ ਅੱਡ ਅੱਡ ਸਰੀਰਕ ਮਾਨਸਿਕ ਪਹਿਲੂ ਹੁੰਦੇ ਨੇ। ਬਿਹੇਵੀਅਰ 'ਚ ਬੜਾ ਫਰਕ ਆਉਂਦਾ ਇਹਨਾਂ ਉਮਰਾਂ ਦੇ ਵਿੱਚ। ਸੋ ਉਹ ਜੇ ਮਨੋਵਿਗਿਆਨੀ ਦੇ ਤੌਰ ਦੇ ਉੱਤੇ ਜਿਹੜਾ ਉਹਦਾ ਕੋਚ ਹੈ, ਉਹਦਾ ਗਾਈਡ ਹੈ, ਉਹਦਾ ਟੀਚਰ, ਉਹਦਾ ਮਾਪਾ, ਉਹਦਾ ਜੋ ਵੀ ਉਹਨੂੰ ਸਿਖਲਾਈ ਦੇ ਰਿਹਾ, ਜੇ ਉਹਨੂੰ ਸਮਝੇਗਾ ਖਿਡਾਰੀ ਨੂੰ ਤਾਂ ਬੜਾ ਸੌਖਾ ਉਹਨੂੰ ਗਾਈਡ ਕਰ ਸਕੇਗਾ। ਮਨੋਵਿਗਿਆਨਕ ਤਿਆਰੀ, ਹੁਣ ਇਕੱਲਾ ਖੇਡ ਮੈਦਾਨ ਦੇ ਵਿੱਚ ਅਸੀਂ ਕਿਸੇ ਦੀ ਫਿਜ਼ੀਕਲ ਫਿਟਨੈਸ ਦੀ ਤਿਆਰੀ ਕਰਵਾ ਕੇ ਹੀ ਮੈਚ ਨਹੀਂ ਜਿੱਤ ਸਕਦੇ ਜਾਂ ਚੰਗੇ ਖਿਡਾਰੀ ਨਹੀਂ ਬਣ ਸਕਦੇ। ਸਾਨੂੰ ਉਹਦੀ ਮਨੋਵਿਗਿਆਨਕ ਤੌਰ 'ਤੇ ਵੀ ਤਿਆਰੀ ਜਿਹੜੀ ਹੈ ਕਰਵਾਉਣੀ ਪੈਂਦੀ ਹੈਗੀ ਆ, ਮਾਨਸਿਕ ਤੌਰ 'ਤੇ ਉਹਨੂੰ ਤਿਆਰ ਕਰਨਾ ਪੈਂਦਾ। ਅੱਜ ਕੱਲ੍ਹ ਤਾਂ ਬਹੁਤੀਆਂ ਗੇਮਾਂ ਜਿਹੜੀਆਂ ਉਹ ਮਾਨਸਿਕ ਪ੍ਰਕਿਰਿਆ ਦਾ ਹੀ ਹਿੱਸਾ ਬਣ ਕੇ ਜ਼ਿਆਦਾ ਰਹਿ ਗਈਆਂ ਨੇ। ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਖਿਡਾਰੀ ਅਤੇ ਉਸਦੇ ਜੀਵਨ ਵਿੱਚ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਹੁੰਦਾ ਹੈ। ਇਹਨਾਂ ਪ੍ਰਸਥਿਤੀਆਂ ਦਾ ਹੱਲ ਲੱਭਣ ਲਈ ਮਨੋਵਿਗਿਆਨ ਬੜਾ ਮਹੱਤਵਪੂਰਨ ਹੈ। ਹੁਣ ਅੱਗੇ ਆ ਗਿਆ ਲਰਨਿੰਗ। ਸਿੱਖਣਾ ਕੀ ਹੈ? ਵਿਅਕਤੀ ਜਨਮ ਤੋਂ ਬਾਅਦ ਨਿਰੰਤਰ ਸਿੱਖਦਾ ਰਹਿੰਦਾ। ਠੀਕ ਹੈ, ਸਿੱਖਣ ਵਾਲਾ ਗੁਣ ਜੇ ਨਾ ਹੁੰਦਾ ਤਾਂ ਮਨੁੱਖ ਅਤੇ ਪਸ਼ੂ ਵਿੱਚ ਸ਼ਾਇਦ ਫਰਕ ਹੀ ਨਹੀਂ ਹੁੰਦਾ। ਸੋ ਪਹਿਲੇ ਕਦਮ ਤੋਂ ਲੈ ਕੇ ਬੰਦਾ ਸਿੱਖਦਾ ਬੜਾ ਕੁਝ ਸਿੱਖ ਜਾਂਦਾ। ਮਾਤਾ ਪਿਤਾ ਤੋਂ, ਸਮਾਜ ਤੋਂ, ਆਪਣੀਆਂ ਗਲਤੀਆਂ ਤੋਂ, ਕਿਸੇ ਦੀਆਂ ਗਲਤੀਆਂ ਤੋਂ, ਬੜੇ ਕਾਸੇ ਤੋਂ ਅਸੀਂ ਸਿੱਖਦੇ ਹਾਂ। ਹੁਣ ਸਿੱਖਣ ਦੀ ਪਰਿਭਾਸ਼ਾ ਵੱਖ-ਵੱਖ ਜਿਹੜੇ ਸਾਡੇ ਵਿਦਵਾਨ ਨੇ ਉਹਨਾਂ ਨੇ ਦਿੱਤੀ ਹੈ। ਜਿਵੇਂ ਗੇਟਸ ਨੇ ਕਿਹਾ ਕਿ ਅਨੁਭਵ ਦੇ ਰਾਹੀਂ ਵਿਹਾਰ ਵਿੱਚ ਹੋਣ ਵਾਲੇ ਪਰਿਵਰਤਨਾਂ ਨੂੰ, ਜੋ ਅਸੀਂ ਐਕਸਪੀਰੀਅੰਸ ਕਰਦੇ ਹਾਂ, ਅਨੁਭਵ ਕਰਦੇ ਹਾਂ, ਉਹਦੇ ਵਿੱਚ ਜੋ ਸਾਡੇ ਵਿਹਾਰ 'ਚ ਜੋ ਵੀ ਚੇਂਜਸ ਆਉਂਦੇ ਨੇ, ਉਹਨਾਂ ਜਿਹੜੇ ਪਰਿਵਰਤਨ ਜਿਹੜੇ ਆਉਂਦੇ ਨੇ ਉਹਨਾਂ ਨੂੰ ਸਿੱਖਣਾ ਕਹਿੰਦੇ ਹਨ। ਠੀਕ ਹੈ, ਅੱਗੇ ਥੋਰਨਡਾਈਕ ਨੇ ਆਪਣੇ ਤੌਰ 'ਤੇ ਦੱਸਿਆ, ਸਿੱਖਣ ਦੇ ਨਿਯਮ ਦੱਸੇ ਨੇ। ਇੱਕ ਤਾਂ ਉਹਨੇ ਲਿਖਿਆ ਕਿ ਤਤ ਨਿਯਮ, ਇਹ ਨਿਯਮ ਸਿੱਖਣ ਵਾਲੇ ਵਿਅਕਤੀ ਦੀ ਮਾਨਸਿਕ ਸਥਿਤੀ ਤੋਂ ਜਾਣੂ ਕਰਾਉਂਦਾ। ਜੇਕਰ ਸਿੱਖਣ ਵਾਲਾ ਕਿਸੇ ਵੀ ਕਿਰਿਆ ਨੂੰ ਸਿੱਖਣ ਲਈ ਖੁਦ ਤਿਆਰ ਹੈ ਤਾਂ ਉਹ ਆਸਾਨੀ ਨਾਲ ਸਿੱਖ ਸਕਦਾ ਹੈ, ਪਰ ਜੇਕਰ ਵਿਅਕਤੀ ਕਿਸੇ ਕਿਰਿਆ ਨੂੰ ਸਿੱਖਣ ਲਈ ਤਿਆਰ ਨਹੀਂ ਤਾਂ ਉਸ ਨੂੰ ਜ਼ਬਰਦਸਤੀ ਨਹੀਂ ਸਿਖਾਇਆ ਜਾ ਸਕਦਾ। ਇਹ ਤਤਪਰਤਾ ਦਾ ਨਿਯਮ ਹੈ। ਦੂਜਾ ਹੈ ਪ੍ਰਭਾਵ ਦਾ ਨਿਯਮ। ਜਿਹੜੀਆਂ ਕਿਰਿਆਵਾਂ ਦਾ ਨਤੀਜਾ ਸਾਡੀ ਇੱਛਾ ਅਨੁਸਾਰ ਹੁੰਦਾ ਹੈ, ਭਾਵ ਸੰਤੋਸ਼ਜਨਕ ਹੁੰਦਾ ਹੈ, ਅਤੇ ਉਹ ਕਿਰਿਆ ਨੂੰ ਬਾਰ-ਬਾਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਜਿਹੜੀ ਕਿਰਿਆ ਸਾਨੂੰ ਸੰਤੋਖ ਨਹੀਂ ਦਿੰਦੀ ਉਹ ਕਿਰਿਆ ਤੋਂ ਅਸੀਂ ਦੂਰ ਰਹਿੰਦੇ ਹਾਂ। ਸੋ ਸਬਰ ਸੰਤੋਖ, ਸਾਨੂੰ ਜਿਹੜੀ ਕਿਰਿਆ 'ਚੋਂ ਆਨੰਦ ਆਉਂਦਾ ਹੈ ਉਹ ਕਿਰਿਆ ਅਸੀਂ ਬਾਰ-ਬਾਰ ਕਰਦੇ ਹਾਂ। ਅਤੇ ਦੂਜਾ ਇਹ ਵੀ ਪ੍ਰਭਾਵ ਕੀ ਪੈਂਦਾ ਕਿਸੇ ਕੀਤੇ ਦਾ ਸਾਡੇ 'ਤੇ, ਉਹ ਵੀ ਸਿੱਖਣ ਦੀ ਚੀਜ਼ ਨੂੰ, ਜੇ ਸਾਨੂੰ ਰੁਚੀ ਲੱਗ ਗਈ ਕੋਈ ਚੀਜ਼ ਸਿੱਖਣ ਦੇ ਵਿੱਚ ਤਾਂ ਅਸੀਂ ਦਿਨ ਰਾਤ ਇੱਕ ਕਰਕੇ ਸਿੱਖਦੇ ਰਹਿੰਦੇ ਹਾਂ। ਅਭਿਆਸ ਦਾ ਨਿਯਮ, ਫਿਰ ਵਿਅਕਤੀ ਜਿਸ ਕਿਰਿਆ ਨੂੰ ਵਾਰ-ਵਾਰ ਕਰਦਾ ਉਸ ਵਿੱਚ ਉਹ ਮਹਾਰਤ ਹਾਸਲ ਕਰ ਲੈਂਦਾ, ਅਤੇ ਅਭਿਆਸ ਦੇ ਨਾਲ ਜਿਵੇਂ ਕਹਿੰਦੇ ਆ ਵੀ ਪ੍ਰੈਕਟਿਸ ਮੇਕਸ ਏ ਮੈਨ ਪਰਫੈਕਟ। ਠੀਕ ਹੈ, ਸੋ ਜਿਹੜਾ ਅਭਿਆਸ ਹੈ ਉਹ ਬੰਦੇ ਨੂੰ ਸਿਖਲਾਈ ਜਿਹੜੀ ਆ ਉਹਨੂੰ ਬਹੁਤ ਉੱਚਾ ਕਰ ਦਿੰਦਾ। ਫਿਰ ਸਿਖਲਾਈ ਦੇ ਸਥਾਨ ਬਦਲੀ, ਟਰਾਂਸਫਰ ਆਫ ਟ੍ਰੇਨਿੰਗ। ਸਿਖਲਾਈ ਦੀ ਸਥਾਨ ਬਦਲੀ ਦਾ ਅਰਥ ਜਦੋਂ ਵਿਅਕਤੀ ਦੀ ਕਿਸੇ ਸਿੱਖੀ ਹੋਈ ਕਿਰਿਆ ਦਾ ਪ੍ਰਭਾਵ ਦੂਜੀ ਕਿਰਿਆ ਵਿੱਚ ਪ੍ਰਤੱਖ ਦਿਸੇ, ਉਸ ਨੂੰ ਸਿਖਲਾਈ ਦੀ ਸਥਾਨ ਬਦਲੀ ਕਹਿੰਦੇ ਹਨ। ਸਿੱਖਿਆ ਦੇ ਖੇਤਰ ਵਿੱਚ ਸਿਖਲਾਈ ਦਾ ਬਹੁਤ ਮਹੱਤਵਪੂਰਨ ਰੋਲ ਹੈ, ਅਤੇ ਸਿੱਖਣ ਦੀ ਸਥਾਨ ਬਦਲੀ ਹਮੇਸ਼ਾ ਹੁੰਦੀ ਰਹਿੰਦੀ ਹੈ। ਜਦੋਂ ਕੋਈ ਵਿਅਕਤੀ ਕਿਸੇ ਕਿਰਿਆ ਨੂੰ ਪੂਰੀ ਤਰ੍ਹਾਂ ਸਿੱਖ ਜਾਂਦਾ ਹੈ ਤਾਂ ਸਿੱਖੀ ਹੋਈ ਕਿਰਿਆ ਅਗਲੇ ਪੜਾਅ ਵਿੱਚ ਮਦਦ ਕਰਦੀ ਹੈ ਅਤੇ ਕਈ ਵਾਰ ਰੁਕਾਵਟ ਵੀ ਪੈਦਾ ਕਰਦੀ ਹੈ। ਸਿਖਲਾਈ ਦੀ ਸਥਾਨ ਬਦਲੀ ਦੇ ਨਿਯਮ ਨੇ। ਇੱਕ ਹੈਗਾ ਪੋਜ਼ੀਟਿਵ ਟਰਾਂਸਫਰ ਟ੍ਰੇਨਿੰਗ, ਇੱਕ ਹੈਗਾ ਨੈਗੇਟਿਵ ਟਰਾਂਸਫਰ ਟ੍ਰੇਨਿੰਗ, ਅਤੇ ਇੱਕ ਹੈਗਾ ਜ਼ੀਰੋ ਟਰਾਂਸਫਰ ਟ੍ਰੇਨਿੰਗ। ਹੁਣ ਜਿਹੜੀ ਪਹਿਲੀ ਹੈ ਧਨਾਤਮਕ ਸਥਾਨ ਬਦਲੀ, ਪੋਜ਼ੀਟਿਵ ਟਰਾਂਸਫਰ ਟ੍ਰੇਨਿੰਗ। ਹੁਣ ਇਹਦੇ ਵਿੱਚ ਕੀ ਆ ਵੀ ਜਿਹੜੀ ਇੱਕ ਕਿਰਿਆ ਅਸੀਂ ਸਿੱਖੀ ਆ ਉਹ ਦੂਜੀ ਕਿਰਿਆ ਨੂੰ ਕਰਨ ਦੇ ਵਿੱਚ ਸਾਡੀ ਸਹਾਇਤਾ ਕਰਦੀ ਹੈ। ਠੀਕ ਹੈ, ਹੁਣ ਇਹਦੇ ਵਿੱਚ ਅਸੀਂ ਉਦਾਹਰਨ ਕੀ ਲੈ ਸਕਦੇ ਹਾਂ ਕਿ ਹੈਂਡਬਾਲ ਖੇਡ ਵਿੱਚ ਸਿੱਖੀ ਹੋਈ ਜਿਹੜੀ ਡ੍ਰਿਬਲਿੰਗ ਹੈ ਉਹ ਬਾਸਕਟਬਾਲ ਦੀ ਖੇਡ ਵਿੱਚ ਵੀ ਸਾਡੀ ਸਹਾਇਤਾ ਕਰਦੀ ਹੈ। ਸੋ ਇਹ ਹੋ ਗਈ ਪੋਜ਼ੀਟਿਵ ਟਰਾਂਸਫਾਰਮੇਸ਼ਨ।
ਪੋਜ਼ਿਟਿਵ ਟਰਾਂਸਫਰ ਟ੍ਰੇਨਿੰਗ, ਠੀਕ ਹੈ। ਦੂਜੇ ਨੰਬਰ 'ਤੇ ਆ ਗਈ ਰਿਣਾਤਮਕ ਸਥਾਨ ਬਦਲੀ ਨੈਗੇਟਿਵ ਟਰਾਂਸਫਰ ਟ੍ਰੇਨਿੰਗ। ਹੁਣ ਇਹਦੇ 'ਚ ਕੀ ਹੈ ਕਿ ਜਿਹੜਾ ਇੱਕ ਖਿਡਾਰੀ ਹੈ ਉਹ ਹੈ ਵਾਲੀਬਾਲ ਦਾ, ਅਤੇ ਜਦੋਂ ਫੁੱਟਬਾਲ ਖੇਡਣ ਲੱਗ ਜਾਂਦਾ ਤਾਂ ਭੁਲੇਖੇ ਨਾਲ ਫੁੱਟਬਾਲ ਨੂੰ ਹੱਥ ਲਾ ਦਿੰਦਾ, ਤਾਂ ਉਹ ਨੈਗੇਟਿਵ ਹੋ ਗਿਆ ਉਹਦਾ, ਕਿ ਸਿੱਖਿਆ ਕੁਛ ਹੋਰ ਸੀਗਾ ਜਿਹੜਾ ਉਹ ਦੂਜੇ ਪਾਸੇ ਉਹ ਦੂਜੀ ਟ੍ਰੇਨਿੰਗ ਲੈਣ ਵੇਲੇ ਉਹਦੇ ਉਹ ਰੁਕਾਵਟ ਬਣ ਰਿਹਾ। ਅਤੇ ਤੀਜਾ ਹੈਗਾ ਜਦੋਂ ਵਿਅਕਤੀ ਵੱਲੋਂ ਕੋਈ ਵੀ ਕਿਰਿਆ ਸਿੱਖੀ ਦੂਜੀ ਕਿਰਿਆ ਸਿੱਖਣ ਵਿੱਚ ਨਾ ਤਾਂ ਸਹਾਇਤਾ ਕਰਦੀ ਹੈ ਅਤੇ ਨਾ ਹੀ ਰੁਕਾਵਟ ਪਾਉਂਦੀ ਹੈ, ਇਹ ਜ਼ੀਰੋ ਸਥਾਨ 'ਤੇ ਰਹਿੰਦੀ ਹੈ, ਅਤੇ ਇਹ ਜਿਹੜੀ ਹੈਗੀ ਆ ਜ਼ੀਰੋ ਸਥਾਨ ਬਦਲੀ ਇਹਨੂੰ ਕਿਹਾ ਜਾਂਦਾ ਹੈਗਾ, ਠੀਕ ਹੈ। ਅੱਗੇ ਬਹੁਤ ਇੰਪੋਰਟੈਂਟ ਜਿਹੜੀ ਗੱਲ ਆ ਜਾਂਦੀ ਹੈ ਟੀਨ ਏਜ ਭਾਵ ਕਿਸ਼ੋਰ ਅਵਸਥਾ। ਇਸ ਅਵਸਥਾ ਦੀ ਸ਼ੁਰੂਆਤ ਜਿਹੜੀ ਹੈ ਉਹ 13 ਜਾਂ 14 ਸਾਲ ਤੋਂ 18-19 ਸਾਲ ਤੱਕ, ਜਦੋਂ ਤੁਹਾਡੇ ਨਾਲ ਟੀਨ ਲੱਗਦਾ 13, 14, 15, 16, 17, 18, 19 ਤੱਕ ਦਾ ਇਹ ਸਮਾਂ ਮੰਨਿਆ ਜਾਂਦਾ। ਮਨੋਵਿਗਿਆਨਕ ਦ੍ਰਿਸ਼ਟੀ ਤੋਂ ਇਹ ਬਾਲ ਅਵਸਥਾ ਤੋਂ ਬਾਅਦ ਵਾਲਾ ਪੜਾਅ ਹੈ। ਇਹ ਅਵਸਥਾ ਦੌਰਾਨ ਬੱਚਾ ਬਚਪਨ ਤੋਂ ਬਾਲਗਪਣ ਵੱਲ ਜਿਹੜਾ ਉਹ ਵੱਧਦਾ। ਹੁਣ ਵੱਖ-ਵੱਖ ਜਿਹੜੇ ਵਿਦਵਾਨ ਆ ਉਹਨਾਂ ਨੇ ਕਿਸ਼ੋਰ ਅਵਸਥਾ ਦੀਆਂ ਪਰਿਭਾਸ਼ਾਵਾਂ ਦਿੱਤੀਆਂ ਨੇ ਕਿ ਇਸ ਟਾਈਮ ਦੇ ਵਿੱਚ ਜੇ ਬੱਚਿਆਂ 'ਚ ਬੱਚਾ ਬਹਿੰਦਾ, ਜੇ ਬੱਚਿਆਂ 'ਚ ਬੈਠੀਏ ਤਾਂ ਕਹਿ ਦਿੱਤਾ ਜਾਂਦਾ ਕਿ ਤੂੰ ਵੱਡਾ ਹੋ ਗਿਆ ਸਾਡੇ 'ਚ ਨਾ ਬਹਿ, ਅਤੇ ਜੇ ਵੱਡਿਆਂ 'ਚ ਬੈਠੀਏ ਤਾਂ ਉਹ ਚੁੱਪ ਕਰਾ ਦਿੰਦੇ ਨੇ ਕਿ ਚੁੱਪ ਕਰਕੇ ਬੈਠ ਜਾ, ਤੂੰ ਤਾਂ ਬੱਚਾ ਹੀ ਆ। ਸੋ ਇਸ ਟਾਈਮ 'ਤੇ ਉਹਨੂੰ ਨੌਜਵਾਨ ਨੂੰ ਪਤਾ ਨਹੀਂ ਲੱਗਦਾ ਕਿ ਉਹਦਾ ਅਸਲੀ ਥਾਂ ਕਿਹੜਾ। ਅਤੇ ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਬੜੀਆਂ ਅਜੀਬ ਹੁੰਦੀਆਂ ਨੇ। ਇੱਕਦਮ ਬਲੱਡ ਪ੍ਰੈਸ਼ਰ ਅਪ, ਇੱਕਦਮ ਡਾਊਨ, ਇੱਕ ਦਿਨ ਚੜ੍ਹਦੀ ਕਲਾ, ਇੱਕ ਦਿਨ ਢਹਿੰਦੀ ਕਲਾ, ਬੜਾ ਕੁਛ ਇਹਦੇ ਵਿੱਚ ਆਉਂਦਾ, ਕਿਉਂਕਿ ਸਰੀਰਕ ਅਤੇ ਮਾਨਸਿਕ ਤੌਰ 'ਤੇ ਬਹੁਤ ਸਾਰੇ ਬਦਲਾਅ ਇਸ ਉਮਰ ਦੇ ਵਿੱਚ ਸਾਡੇ 'ਚ ਆਉਂਦੇ ਆ। ਹੁਣ ਸਮੱਸਿਆਵਾਂ ਕਿਹੜੀਆਂ ਨੇ ਜੀ? ਤੂਫਾਨ ਜਿਹਾ ਆਇਆ ਰਹਿੰਦਾ ਮਨ ਵਿੱਚ, ਸਰੀਰਕ ਅਤੇ ਮਾਨਸਿਕ ਤਬਦੀਲੀਆਂ ਦੇ ਨਾਲ ਵਿਚਾਰ ਜਿਹੜੇ ਆ ਉਹ ਬੜੇ ਇੱਕਦਮ ਅਪ ਡਾਊਨ ਹੁੰਦੇ ਰਹਿੰਦੇ ਆ। ਕਿਸ਼ੋਰ ਅਵਸਥਾ ਦੀਆਂ ਸਮੱਸਿਆਵਾਂ ਹੇਠ ਲਿਖੇ ਅਨੁਸਾਰ ਆ। ਪਹਿਲਾਂ ਤਾਂ ਆਜ਼ਾਦੀ ਦੀ ਇੱਛਾ, ਸਭ ਤੋਂ ਪਹਿਲਾਂ ਬੰਦਿਸ਼ਾਂ ਤੋਂ ਮੁਕਤੀ ਅਤੇ ਆਜ਼ਾਦੀ ਦੀ ਇੱਛਾ ਸਾਡੇ ਮਨ 'ਚ ਪੈਦਾ ਹੁੰਦੀ ਹੈ। ਕਿਸੇ ਦੀ ਗੱਲ ਮੰਨਣ ਨੂੰ ਦਿਲ ਨਹੀਂ ਕਰਦਾ ਅਤੇ ਵਿਰੋਧ ਕਰਨ ਦਾ ਵੀ ਬਹੁਤ ਵਾਰੀ ਦਿਲ ਕਰਦਾ। ਦੂਜਾ ਵਿਹਾਰ ਸੰਬੰਧੀ ਸਮੱਸਿਆਵਾਂ, ਪ੍ਰੋਬਲਮਸ ਰਿਗਾਰਡਿੰਗ ਬਿਹੇਵੀਅਰ। ਕਿਸ਼ੋਰ ਅਵਸਥਾ ਵਿੱਚ ਬੇਚੈਨੀ, ਵੱਧ ਗਤੀਵਿਧੀਆਂ, ਬਗਾਵਤ, ਮੂੜ ਮੱਤ, ਚਿੜਚਿੜਾਪਣ, ਬੜਾ ਕੁਛ ਇਸ ਦਾ ਸਾਡੇ ਜਿਹੜੇ ਵਿਹਾਰ ਦੇ ਵਿੱਚ ਆਉਂਦਾ। ਤੀਜੇ ਨੰਬਰ 'ਤੇ ਆ ਗਿਆ ਸਰੀਰਕ ਵਿਕਾਸ ਸੰਬੰਧੀ ਸਮੱਸਿਆਵਾਂ। ਇਸ ਕਾਲ ਵਿੱਚ ਬੱਚੇ ਵਿੱਚ ਸਰੀਰਕ ਵਿਕਾਸ ਹੋਣ ਕਰਕੇ ਤਬਦੀਲੀਆਂ ਆਉਂਦੀਆਂ, ਬੱਚਾ ਬਾਲਗਪਣ ਵੱਲ ਵੱਧਦਾ ਅਤੇ ਸਰੀਰਕ ਪਰਿਵਰਤਨਾਂ ਤੋਂ ਅਣਜਾਣ ਹੋਣ ਕਰਕੇ ਉਹ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਦਾ ਸ਼ਿਕਾਰ ਹੋ ਜਾਂਦਾ। ਭਵਿੱਖ ਦੀ ਚਿੰਤਾ, ਕਿਸ਼ੋਰ ਅਵਸਥਾ ਬਚਪਨ ਰਾਹੀਂ ਹੁੰਦੀ, ਕਿਸ਼ੋਰ ਅਵਸਥਾ ਬਚਪਨ ਨਹੀਂ ਹੁੰਦਾ। ਇਹ ਅਵਸਥਾ ਵਿੱਚ ਦਾਖਲ ਹੋ ਕੇ ਆਪਣੇ ਭਵਿੱਖ ਦੀ ਚਿੰਤਾ ਬਾਰੇ, ਮੈਂ ਕੀ ਕਰੂੰਗਾ, ਕੀ ਬਣੂੰਗਾ, ਇਕੱਲਾ ਤਾਂ ਨਹੀਂ ਰਹਿ ਜਾਊਂਗਾ, ਬੜਾ ਕੁਝ ਸੋਚਦਾ ਰਹਿੰਦਾ। ਫਿਰ ਆਤਮ ਨਿਰਭਰਤਾ, ਇਸ ਅਵਸਥਾ ਵਿੱਚ ਕਿਸ਼ੋਰ ਆਤਮ ਨਿਰਭਰ ਹੋਣਾ ਚਾਹੁੰਦਾ ਹੈ। ਆਰਥਿਕ ਸਮੱਸਿਆ, ਕਿਸ਼ੋਰ ਅਵਸਥਾ ਦੀ ਜਿਹੜੀ ਗੰਭੀਰ ਸਮੱਸਿਆ ਉਹ ਚਾਹੁੰਦਾ ਕਿ ਮੈਂ ਆਪਣੇ ਪੈਰਾਂ ਸਿਰ ਹੋਵਾਂ, ਮੇਰੇ ਕੋਲ ਪੈਸੇ ਹੋਣ ਜਾਂ ਮੇਰੇ ਕੋਲ ਕੁਛ ਇੱਦਾਂ ਦੀ ਗੱਲ ਹੋਵੇ ਕਿ ਮੈਂ ਆਪਣੀ ਜ਼ਿੰਦਗੀ ਆਪ ਜਿਉ ਸਕਾਂ। ਪਰਿਵਾਰ ਅਤੇ ਸਮਾਜ ਨਾਲ ਤਾਲਮੇਲ ਦੀ ਕਮੀ, ਉਹਦੀ ਪਰਿਵਾਰ ਦੇ ਨਾਲ, ਘਰਦਿਆਂ ਦੇ ਨਾਲ ਨਹੀਂ ਬਣਦੀ। ਛੋਟਾ ਹੁੰਦਾ ਬੱਚਾ ਆਪਣੇ ਮਾਂ ਬਾਪ ਦੇ ਨੇੜੇ ਰਹਿ ਕੇ ਖੁਸ਼ ਹੁੰਦਾ, ਵੱਡੀ ਉਮਰ ਦੇ ਵਿੱਚ ਉਹ ਇਕੱਲਾ ਸੈਪਰੇਟ ਰੂਮ ਦੇ ਵਿੱਚ ਰਹਿ ਕੇ ਖੁਸ਼ ਹੁੰਦਾ ਹੈ ਨਾ। ਉਹਨੂੰ ਆਪਣਾ ਫੋਨ ਰੱਖਣਾ, ਆਪਣੀਆਂ ਪਰਸਨਲ ਚੀਜ਼ਾਂ ਅਲੱਗ ਰੱਖਣਾ, ਬੜਾ ਕੁਛ ਇੱਦਾਂ ਚੰਗਾ ਲੱਗਦਾ। ਵਾਧੂ ਸ਼ਕਤੀ ਦੀ ਸਹੀ ਵਰਤੋਂ ਨਾ ਹੋਣਾ, ਇਸ ਉਮਰ 'ਚ ਬਹੁਤ ਸਾਰੀ ਤਾਕਤ ਹੁੰਦੀ ਹੈ ਪਰ ਉਹ ਤਾਕਤ ਦੀ ਸਹੀ ਵਰਤੋਂ ਨਹੀਂ ਹੁੰਦੀ, ਅਤੇ ਇਸ ਕਰਕੇ ਇਹ ਉਮਰ ਜਿਹੜੀ ਆ ਸਮੱਸਿਆਵਾਂ ਖੜੀ ਕਰ ਦਿੰਦੀ ਆ। ਸੋ ਕਿਸ਼ੋਰ ਉਮਰ ਦੇ ਵਿੱਚ ਜੇ ਅਸੀਂ ਖੇਡਾਂ ਵੱਲ ਧਿਆਨ ਦਈਏ, ਰੁਚੀ ਕੋਈ ਸ਼ੌਕ ਪਾਲੀਏ ਅਤੇ ਉਹਨੂੰ ਪੋਜ਼ੀਟਿਵ ਵੇ 'ਚ ਯੂਜ਼ ਕਰੀਏ ਤਾਂ ਫਿਰ ਇਹ ਕਿਸ਼ੋਰ ਅਵਸਥਾ ਸਾਡੇ ਲਈ ਤਰਥੱਲੀ ਪੈਦਾ ਨਹੀਂ ਕਰਦੀ। ਸੋ ਸਾਡੀ ਜਿਹੜੀ ਵਾਧੂ ਊਰਜਾ ਹੈਗੀ ਆ ਉਹਨੂੰ ਸਹੀ ਪਾਸੇ ਲਾ ਕੇ ਸਾਨੂੰ ਚੰਗਾ ਖਿਡਾਰੀ, ਚੰਗਾ ਕਲਾਕਾਰ, ਚੰਗਾ ਵਿਦਿਆਰਥੀ ਅਤੇ ਚੰਗਾ ਨਾਗਰਿਕ ਬਣਾ ਦਿੰਦੀ ਹੈ। ਇਹ ਜੀ ਕੁਛ ਪ੍ਰਸ਼ਨ ਨੇ 1 ਅੰਕ ਵਾਲੇ, ਫਿਰ ਉਸ ਤੋਂ ਬਾਅਦ ਆ ਗਏ 2 ਅੰਕ ਵਾਲੇ, ਫਿਰ ਉਸ ਤੋਂ ਬਾਅਦ ਆ ਗਏ 3 ਅੰਕ ਵਾਲੇ ਅਤੇ ਫਿਰ 5 ਅੰਕ ਵਾਲੇ। ਸੋ ਇਹਨਾਂ ਨੂੰ ਤੁਸੀਂ ਧਿਆਨ ਨਾਲ ਕਰ ਲਓ। ਮੈਨੂੰ ਉਮੀਦ ਹੈ ਚੈਪਟਰ ਤੁਹਾਨੂੰ ਬਹੁਤ ਵਧੀਆ ਲੱਗਿਆ ਹੋਵੇਗਾ ਅਤੇ ਤੁਸੀਂ ਸਮਝ ਲਿਆ ਹੋਵੇਗਾ। ਆਪਣੇ ਸਾਥੀਆਂ ਨਾਲ ਸ਼ੇਅਰ ਜ਼ਰੂਰ ਕਰਿਓ। ਸਤਿ ਸ੍ਰੀ ਅਕਾਲ।